ਬੇਅੰਤ ਸਿੰਘ ਨੂੰ ਤੁਸੀਂ ਕਾਤਲ ਦੱਸ ਰਹੇ ਹੋ, ਪਰੰਤੂ ਸਿੱਖ ਕੌਮ ਜਿਹੜੀ ਹੈਗੀ ਆ ਅੱਜ ਵੀ ਉਹਨਾਂ ਨੂੰ ਸ਼ਹੀਦ ਮੰਨਦੀ ਆ। ਹਰਮੰਦਰ ਸਾਹਿਬ ਦੀ ਜਿਹੜੀ ਅਜਾਇਬ ਘਰ ਉਹਨਾਂ ਦੇ ਵਿੱਚ ਫੋਟੋਆਂ ਵੀ ਲੱਗੀਆਂ, ਉਹਨਾਂ ਦੇ ਦਿਨ ਤਿਉਹਾਰ ਵੀ ਮਨਾਏ ਜਾਂਦੇ ਆ। ਸਿੱਖ ਕੌਮ ਕਹਿੰਦੀ ਹੈ ਕਿ ਉਹ ਸ਼ਹੀਦ ਆ ਸਾਡੇ ਜਿਹੜੇ ਮਾਣ ਆ, ਕਿਉਂਕਿ ਜਦੋਂ ਅਟੈਕ ਕਰਵਾਇਆ ਸੀਗਾ ਤਾਂ ਉਸ ਦਾ ਬਦਲਾ ਲਿਆ ਸੀਗਾ ਉਹਨਾਂ ਨੇ ਆਪਣਾ। ਮੈਂ ਇਸ ਗੱਲ ਨੂੰ ਮੰਨਦਾ ਨਹੀਂ ਹਾਂ। ਜਿਹੜਾ ਫਿਰ ਅਟੈਕ ਕਰਵਾਇਆ ਸੀਗਾ ਉੱਥੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ ਸੀ, ਉਹ ਉਹਨੂੰ ਸਹੀ ਮੰਨਦੇ ਹੋ? ਉਹ ਅਟੈਕ ਹੈ, ਉਹ ਬਿਲਕੁਲ ਮਿਸਅੰਡਰਸਟੈਂਡਿੰਗ ਵਿੱਚ ਹੋਇਆ। ਤੁਸੀਂ ਕਹਿੰਦੇ ਮਿਸਅੰਡਰਸਟੈਂਡਿੰਗ ਦੇ ਵਿੱਚ ਹੋਇਆ ਸੀ, ਜੇ ਲੱਗਿਆ ਸੀ ਉਹਨਾਂ ਨੂੰ ਮਿਸਅੰਡਰਸਟੈਂਡਿੰਗ ਹੋਏ ਚ, ਫਿਰ ਅੱਜ ਤੱਕ ਗਾਂਧੀ ਪਰਿਵਾਰ ਨੇ ਮਾਫੀ ਕਿਉਂ ਨਹੀਂ ਮੰਗੀ ਆ ਦਰਬਾਰ ਸਾਹਿਬ ਜਾ ਕੇ? ਮੈਂ ਇੱਥੇ ਇੱਕ ਕਹਿਣਾ ਬੜਾ ਉਚਿਤ ਸਮਝਦਾ ਹੈ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਦੀ ਦੇਣ ਹੈ। 1700 ਵੋਟਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਜਿੱਤਿਆ। ਜੇਕਰ ਮੈਨੂੰ ਕੈਪਟਨ ਅਮਰਿੰਦਰ ਸਿੰਘ ਨਾ ਹੁਕਮ ਦਿੰਦਾ ਤਾਂ ਮੈਂ ਉਹਨੂੰ ਹਰਾ ਦੇਣਾ ਸੀ। ਇਸ ਚੀਜ਼ ਦਾ ਤੁਹਾਡੇ ਕੋਲ ਕੋਈ ਸਬੂਤ ਹੈਗਾ ਜਾਂ ਕੱਲ ਨੂੰ ਤੁਹਾਡੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਦਾ, ਕੀ ਕਰੋਗੇ ਫਿਰ? ਮੇਰਾ ਚੈਲੰਜ ਹੈ ਚਰਨਜੀਤ ਸਿੰਘ ਨੂੰ ਵੀ ਮੈਨੂੰ ਇਨ ਦੀ ਕੋਰਟ ਡਿਫੇਮੇਸ਼ਨ ਵਾਲ ਪੂਰੇ ਆਈ ਵਿਲ ਪ੍ਰੂਵ ਦਿਸ ਐਲੀਗੇਸ਼ਨ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਵਿੱਚ ਤਾਂ ਸਾਬਤ ਕੀਤਾ ਸੀਗਾ, ਆਪਣੇ ਬਿਆਨਾਂ ਦੇ ਵਿੱਚ ਸਟੇਜ ਦੇ ਉੱਤੇ ਜਨਤਕ ਤੌਰ ਤੇ ਕਿਹਾ ਸੀ ਕਿ ਮੈਨੂੰ ਸਭ ਪਤਾ ਕੌਣ ਨਸ਼ੇ ਵੇਚਦਾ, ਮੇਰੀ ਸਰਕਾਰ ਆਉਣ ਦਿਓ, ਆਉਂਦੀ ਸਾਰੇ ਮੈਂ ਇਹਨਾਂ ਨੂੰ ਅੰਦਰ ਦਿਆਂਗਾ। ਉਹ ਕਹਿੰਦੇ ਸਰਕਾਰ ਨੂੰ ਇੱਕ ਇੱਕ ਚੀਜ਼ ਦਾ ਪਤਾ ਹੁੰਦਾ ਕਿ ਕੌਣ ਨਸ਼ੇ ਵੇਚਦਾ, ਕੌਣ ਮਾਈਨਿੰਗ ਕਰਦਾ, ਤੇ ਹੁਣ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕੌਣ ਨਸ਼ੇ ਵੇਚ ਰਿਹਾ ਕੌਣ ਮਨੀ। ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਜਿਵੇਂ ਸਭ ਨੂੰ ਪਤਾ, ਅੱਜ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਲਗਾਤਾਰ ਪੈਰ ਪਸਾਰ ਰਹੀ ਹੈ। ਰੋਜ਼ਾਨਾ ਜਿਹੜੇ ਹੈਗੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਮਲੇ ਵੱਧ ਰਹੇ ਨੇ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੌਤਾਂ ਹੋ ਰਹੀਆਂ ਨੇ। ਅਜਿਹੇ ਵਿੱਚ ਸਰਕਾਰ ਅਤੇ ਸਰਕਾਰ ਦੇ ਮੰਤਰੀਆਂ ਦਾ ਫਰਜ਼ ਹੁੰਦਾ ਹੈ ਕਿ ਲੋਕਾਂ ਦੀ ਸਾਂਭ ਸੰਭਾਲ ਕੀਤੀ ਜਾਵੇ, ਲੋਕਾਂ ਨੂੰ ਜਿਹੜਾ ਹੈਗਾ ਜੋ ਸਿਹਤ ਸਹੂਲਤਾਂ ਉਹ ਮੁਹੱਈਆ ਕਰਵਾਈਆਂ ਜਾਣ, ਇਲਾਜ ਮੁਹੱਈਆ ਕਰਵਾਇਆ ਜਾਵੇ। ਪਰੰਤੂ ਇਸ ਦੇ ਉਲਟ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਜਿਹੜੇ ਹੈਗੇ ਆ ਆਪਣੇ ਨਿੱਜੀ ਹਿੱਤਾਂ ਨੂੰ ਲੈ ਕੇ ਲਗਾਤਾਰ ਇੱਕ ਦੂਜੇ ਤੇ ਸ਼ਬਦੀ ਹਮਲੇ ਕਰ ਰਹੇ ਨੇ। ਸਿਆਸਤਾਂ ਹੋ ਰਹੀਆਂ ਨੇ, ਮੁੱਖ ਮੰਤਰੀ ਦੇ ਖਿਲਾਫ ਮੀਟਿੰਗਾਂ ਕੀਤੀਆਂ ਜਾ ਰਹੀਆਂ ਕੁਝ ਮੰਤਰੀਆਂ ਵੱਲੋਂ, ਜਿਹੜੀ ਬੜੇ ਵੱਡੇ ਪੱਧਰ ਤੇ ਸਿਆਸਤ ਹੋ ਰਹੀ ਹੈ। ਅਗਰ ਦੇਖਿਆ ਜਾਵੇ ਤਾਂ ਮੁੱਖ ਮੰਤਰੀ ਪੰਜਾਬ ਜਿੱਥੇ ਕਰੋਨਾ ਮਹਾਮਾਰੀ ਨੂੰ ਲੈ ਕੇ ਮਿਸ਼ਨ ਫਤਿਹ ਦੀ ਜੰਗ ਲੜ ਰਹੇ ਨੇ, ਉੱਥੇ ਹੀ ਆਪਣੇ ਹੀ ਵਿਧਾਇਕਾਂ ਦੇ ਨਾਲ, ਆਪਣੇ ਮੰਤਰੀਆਂ ਦੇ ਨਾਲ ਅੰਦਰੂਨੀ ਜੰਗ ਵੀ ਲੜ ਰਹੇ ਨੇ। ਤੇ ਇਸ ਨੂੰ ਲੈ ਕੇ ਅੱਜ ਗੱਲ ਕਰਾਂਗੇ ਟਕਸਾਲੀ ਕਾਂਗਰਸੀ, ਸੀਨੀਅਰ ਕਾਂਗਰਸੀ ਜਿਹੜੇ ਹੈਗੇ ਆ, ਸਾਬਕਾ ਵਿਧਾਇਕ ਵੀ ਰਹਿ ਚੁੱਕੇ ਆ, ਭਾਗ ਸਿੰਘ ਜੀ, ਉਹਨਾਂ ਦੇ ਨਾਲ ਗੱਲ ਕਰਦੇ ਕਿ ਆਖਰ ਹੋ ਕੀ ਰਿਹਾ ਹੈ ਜਦੋਂ ਲੋਕਾਂ ਨੂੰ ਇਲਾਜ ਦੀ ਲੋੜ ਹੈ, ਦਵਾਈਆਂ ਦੀ ਲੋੜ ਆ, ਵੈਂਟੀਲੇਟਰਾਂ ਦੀ ਲੋੜ ਆ, ਹਸਪਤਾਲਾਂ ਦੀ ਲੋੜ ਹੈ, ਤੇ ਅਜਿਹੇ ਵਿੱਚ ਕਾਂਗਰਸੀ ਜਾਂ ਕਾਂਗਰਸੀ ਮੰਤਰੀ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਆਪਣੇ ਅਹੁਦਿਆਂ ਨੂੰ ਲੈ ਕੇ ਕਿਉਂ ਲੜਾਈ ਕਰ ਰਹੇ ਨੇ। ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਪੰਜਾਬੀ ਲੋਕ ਚੈਨਲ 'ਚ। ਮੈਂ ਭਾਗ ਸਿੰਘ ਐਡਵੋਕੇਟ XMLA ਚਮਕੌਰ ਸਾਹਿਬ, ਕਾਂਗਰਸ ਨੂੰ ਮੈਂ ਕਾਂਗਰਸ ਵਿੱਚ 1969 ਵਿੱਚ ਆਇਆ ਸੀ, ਜਦੋਂ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਹਿੰਦੁਸਤਾਨ ਦੇ ਕਾਂਗਰਸੀਆਂ ਨੂੰ ਇਹ ਬੇਨਤੀ ਕੀਤੀ ਸੀ ਕਿ ਅੱਜ ਮੈਂ ਨਵੇਂ ਔਰ ਪੁਰਾਣੇ ਕਾਂਗਰਸ ਦੀ ਲੜਾਈ ਦੇ ਵਿੱਚ ਵੀ ਗਿਰੀ ਜੋ ਮੇਰਾ ਉਮੀਦਵਾਰ ਹੈ ਉਸ ਨੂੰ ਚੋਣ ਵਿੱਚ ਲਿਆਂਦਾ ਹੈ, ਤੁਸੀਂ ਤਕੜੇ ਹੋ ਕੇ ਇਸ ਦੀ ਮਦਦ ਕਰੋ। ਔਰ ਇੰਦਰਾ ਜੀ ਦੀ ਕਾਲ 'ਤੇ ਮੈਂ 1969 ਦੇ ਵਿੱਚ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ ਔਰ ਜਦ ਤੋਂ ਹੀ ਮੈਂ ਕਾਂਗਰਸ ਦੀ ਸੇਵਾ ਵਿੱਚ ਲੱਗਿਆ ਹੋਇਆ। ਔਰ ਮੈਨੂੰ ਕਾਂਗਰਸ ਪਾਰਟੀ ਨੇ 1975 ਵਿੱਚ ਬਾਈ ਇਲੈਕਸ਼ਨ ਮਰੰਡਾ ਹਲਕਾ ਰਿਜ਼ਰਵ ਤੋਂ ਕਾਂਗਰਸ ਦਾ, ਜਦੋਂ ਗਿਆਨੀ ਜ਼ੈਲ ਸਿੰਘ ਉਸ ਵੇਲੇ ਦੇ ਮੁੱਖ ਮੰਤਰੀ ਸਨ, ਟਿਕਟ ਦੇ ਕੇ ਨਵਾਜਿਆ ਔਰ ਬੜੇ ਤਕੜੇ ਹੋ ਕੇ ਅਸੀਂ ਉਹ ਇਲੈਕਸ਼ਨ ਲੜੀ, ਲੇਕਿਨ 329 ਵੋਟਾਂ ਦੇ ਨਾਲ ਅਸੀਂ ਉਸ ਤੋਂ ਹਾਰੇ। ਉਸ ਤੋਂ ਬਾਅਦ ਮੈਂ ਪਾਰਟੀ ਦੀ ਸੇਵਾ ਕਰਦਾ ਰਿਹਾ ਤੇ 1978 ਦੇ ਵਿੱਚ ਜਦੋਂ ਹਿੰਦੁਸਤਾਨ ਦੇ ਵਿੱਚ ਜਨਤਾ ਪਾਰਟੀ ਦਾ ਰਾਜ ਹੋਇਆ, ਮੁਰਾਰਜੀ ਦੇਸਾਈ ਜੀ ਪ੍ਰਧਾਨ ਮੰਤਰੀ ਬਣੇ, ਤਾਂ ਉਹਨਾਂ ਨੇ ਇੰਦਰਾ ਗਾਂਧੀ ਨੂੰ ਲੋਕ ਸਭਾ ਤੋਂ ਐਕਸਪੈਲ ਕਰਕੇ ਜੇਲ੍ਹ ਭੇਜਣ ਦੀ ਤਿਆਰੀ ਕੀਤੀ। ਤਾਂ ਸਾਰੇ ਹਿੰਦੁਸਤਾਨ ਦੇ ਕਾਂਗਰਸੀ ਨੇਤਾ ਨੇ, ਵਰਕਰਾਂ ਨੇ ਇਹ ਸੱਤਿਆਗ੍ਰਹਿ ਕੀਤਾ ਔਰ ਉਸ ਸੱਤਿਆਗ੍ਰਹਿ ਦੇ ਵਿੱਚ ਮੈਂ 20 ਦਸੰਬਰ 1978 ਦੇ ਵਿੱਚ
ਮੈਂ ਪਟਿਆਲਾ ਜੇਲ੍ਹ 'ਚ ਰਿਹਾ ਔਰ ਸਾਡੇ ਹੋਰ ਸਾਥੀਆਂ ਦੇ ਨਾਲ ਅਸੀਂ ਇਕੱਠੇ 46 ਦਿਨ ਅਸੀਂ ਸੈਂਟਰਲ ਜੇਲ੍ਹ ਪਟਿਆਲਾ 'ਚ ਰਹੇ। ਉਸ ਤੋਂ ਬਾਅਦ ਸੇਵਾ ਕਰਦੇ ਰਹੇ। ਅੱਜ ਮੈਂ ਪੰਜਾਬ ਵਿੱਚ ਨਹੀਂ ਬਲਕਿ ਸਾਰੇ ਹਿੰਦੁਸਤਾਨ ਵਿੱਚ ਸਭ ਤੋਂ ਪੁਰਾਣਾ ਕਾਂਗਰਸੀ ਵਰਕਰਾਂ ਸਾਥੀਆਂ ਜਿਸ ਨੇ ਜੇਲ੍ਹ ਕੱਟੀ ਔਰ ਮੈਨੂੰ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਔਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਜੀਵ ਗਾਂਧੀ ਜੀ ਨੇ 1985 ਵਿੱਚ ਟਿਕਟ ਦਿੱਤਾ ਹਲਕਾ ਚਮਕੌਰ ਸਾਹਿਬ ਤੋਂ ਔਰ ਮੈਂ ਮੇਰੇ ਮੁਕਾਬਲੇ 'ਚ ਸ਼੍ਰੀਮਤੀ ਬਿਮਲ ਕੌਰ ਖਾਲਸਾ ਜੋ ਸਾਹਿਬ ਬੇਅੰਤ ਸਿੰਘ ਇੰਦਰਾ ਗਾਂਧੀ ਦੇ ਕਾਤਲ ਦੀ ਬੇਵਾ ਸੀ ਉਸ ਨੇ ਚੋਣ ਲੜੀ, ਉਸ ਨੂੰ ਮੈਂ ਹਰਾਇਆ ਔਰ ਇਸ ਦੀ ਪ੍ਰਸਿੱਧੀ ਇਸ ਗੱਲ ਤੋਂ ਪਤਾ ਲੱਗਦੀ ਹੈ ਕਿ BBC ਲੰਡਨ ਨੇ ਮੇਰੀ ਇਸ ਖਬਰ ਨੂੰ ਨਸ਼ਰ ਕੀਤਾ ਸੀ। ਉਸ ਤੋਂ ਬਾਅਦ ਉਹ ਬੀਬੀ 2 ਵਾਰ ਹਲਕਾ ਰੋਪੜ ਤੋਂ ਰਿਜ਼ਰਵ ਪਾਰਲੀਮੈਂਟ ਰਿਜ਼ਰਵ ਤੋਂ ਮੈਂਬਰ ਪਾਰਲੀਮੈਂਟ ਬਣੀ ਔਰ ਉਸ ਤੋਂ ਬਾਅਦ ਅਸੀਂ ਕਾਂਗਰਸ ਦੀ ਸੇਵਾ ਉਸੇ ਤਰ੍ਹਾਂ ਕਰਦੇ ਆ ਰਹੇ ਹਾਂ। ਸਰ ਤੁਸੀਂ ਗੱਲ ਕੀਤੀ ਹੈ 84 ਦੀ ਇੰਦਰਾ ਗਾਂਧੀ ਦੇ ਜਿਹੜੇ ਹੈਗੇ ਆ ਬੇਅੰਤ ਸਿੰਘ ਨੂੰ ਤੁਸੀਂ ਕਾਤਲ ਦੱਸ ਰਹੇ ਹੋ, ਪਰੰਤੂ ਸਿੱਖ ਕੌਮ ਜਿਹੜੀ ਹੈਗੀ ਆ ਅੱਜ ਵੀ ਉਹਨਾਂ ਨੂੰ ਸ਼ਹੀਦ ਮੰਨਦੀ ਆ। ਹਰਮੰਦਰ ਸਾਹਿਬ ਦੀ ਜਿਹੜੀ ਅਜਾਇਬ ਘਰ ਆ ਉਹਨਾਂ ਦੇ ਵਿੱਚ ਫੋਟੋਆਂ ਵੀ ਲੱਗੀਆਂ, ਉਹਨਾਂ ਦੇ ਦਿਨ ਤਿਉਹਾਰ ਵੀ ਮਨਾਏ ਜਾਂਦੇ ਆ। ਸਿੱਖ ਕੌਮ ਕਹਿੰਦੀ ਹੈ ਕਿ ਉਹ ਸ਼ਹੀਦ ਆ ਸਾਡੇ ਜਿਹੜੇ ਮਾਣ ਆ, ਕਿਉਂਕਿ ਜਦੋਂ ਅਟੈਕ ਕਰਵਾਇਆ ਸੀਗਾ ਤਾਂ ਉਸ ਦਾ ਬਦਲਾ ਲਿਆ ਸੀਗਾ ਉਹਨਾਂ ਨੇ ਆਪਣਾ। ਮੈਂ ਇਸ ਗੱਲ ਨੂੰ ਮੰਨਦਾ ਨਹੀਂ ਹਾਂ ਕਿਉਂਕਿ ਇੰਦਰਾ ਜੀ ਨੇ ਇਸ ਬੇਅੰਤ ਸਿੰਘ ਨੂੰ ਅਪੋਜੀਸ਼ਨ ਦੇ ਮੱਦੇਨਜ਼ਰ ਵੀ ਆਪਣੇ ਕੋਲ ਰੱਖਿਆ ਸੀ। ਇਸ ਨੇ ਉਸ ਕੌਨਫੀਡੈਂਸ ਨੂੰ ਤੋੜ ਕੇ ਇੰਦਰਾ ਜੀ ਦਾ ਕਤਲ ਕੀਤਾ, ਇਸ ਕਰਕੇ ਉਹਨੂੰ ਮੈਂ ਸ਼ਹੀਦ ਨਹੀਂ ਮੰਨਦਾ। ਨਹੀਂ, ਜਿਹੜਾ ਫਿਰ ਅਟੈਕ ਕਰਵਾਇਆ ਸੀਗਾ ਉੱਥੇ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਕਰਵਾਇਆ ਸੀ, ਉਹ ਉਹਨੂੰ ਸਹੀ ਮੰਨਦੇ ਹੋ? ਠੀਕ ਸੀ ਉਹ ਅਟੈਕ ਹੈ, ਉਹ ਬਿਲਕੁਲ ਮਿਸਅੰਡਰਸਟੈਂਡਿੰਗ ਦੇ ਵਿੱਚ ਹੋਇਆ। ਅਗਰ ਇੰਦਰਾ ਜੀ ਨੂੰ ਇਸ ਗੱਲ ਦਾ ਅਹਿਸਾਸ ਕਰਾ ਦਿੰਦੇ ਉਸ ਵੇਲੇ ਦੇ ਕਾਂਗਰਸਮੈਨ ਔਰ ਖ਼ਾਸ ਤੌਰ ਤੇ ਹੋਮ ਮਿਨਿਸਟਰ ਬੂਟਾ ਸਿੰਘ ਕਿ ਇੰਦਰਾ ਜੀ ਇਸ ਹਰਮੰਦਰ ਸਾਹਿਬ ਦੀ ਬਾਬਤ ਕਦੇ ਸੋਚਿਓ ਬਿਨਾ, ਤਾਂ ਮੇਰਾ ਖਿਆਲ ਹੈ ਉਹ ਅਟੈਕ ਨਾ ਹੁੰਦਾ। ਤੁਸੀਂ ਕਹਿੰਦੇ ਮਿਸਅੰਡਰਸਟੈਂਡਿੰਗ ਦੇ ਵਿੱਚ ਹੋਇਆ ਸੀ, ਜੇ ਲੱਗਿਆ ਸੀ ਉਹਨਾਂ ਨੂੰ ਮਿਸਅੰਡਰਸਟੈਂਡਿੰਗ ਦੇ ਹੋਏ 'ਚ, ਫਿਰ ਅੱਜ ਤੱਕ ਗਾਂਧੀ ਪਰਿਵਾਰ ਨੇ ਮਾਫੀ ਕਿਉਂ ਨਹੀਂ ਮੰਗੀ ਦਰਬਾਰ ਸਾਹਿਬ ਜਾ ਕੇ? ਸੋਨੀਆ ਗਾਂਧੀ ਨੇ, ਰਾਹੁਲ ਗਾਂਧੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ ਕਿ ਇਹ ਕੰਮ ਗਲਤ ਹੋਇਆ ਔਰ ਮਾਫੀ ਵੀ ਮੰਗੀ ਮਾਫੀ। ਸੋ ਬਿਲਕੁਲ, ਤੋ ਆਪਾਂ ਹੁਣ ਚੱਲਦੇ ਹਾਂ ਮੁੱਦੇ ਵੱਲ। ਜਿਹੜਾ ਮੇਨ ਮੁੱਦਾ ਹੈਗਾ ਕਿ ਪੰਜਾਬ ਦੇ ਵਿੱਚ ਜਦੋਂ ਲੋਕਾਂ ਨੂੰ ਲੋੜ ਹੈ ਇਲਾਜ ਦੀ, ਕਰੋਨਾ ਮਹਾਮਾਰੀ ਲਗਾਤਾਰ ਵੱਧ ਰਹੀ ਹੈ, ਹਸਪਤਾਲਾਂ ਦੇ ਵਿੱਚ ਬੈੱਡ ਨਹੀਂ ਮਿਲ ਰਹੇ, ਪ੍ਰਾਈਵੇਟ ਹਸਪਤਾਲਾਂ ਵਾਲੇ ਲੋਕਾਂ ਦੀ ਖੱਲ ਤਾਰ ਰਹੇ ਨੇ, ਆਕਸੀਜਨਾਂ ਨਹੀਂ ਮਿਲ ਰਹੀਆਂ। ਅਜਿਹੇ ਵਿੱਚ ਜਦੋਂ ਫਰਜ਼ ਬਣਦਾ ਕਿ ਕਾਂਗਰਸੀਆਂ ਦਾ ਲੋਕਾਂ ਦੀ ਸੇਵਾ ਕਰਨ, ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਕਿ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ, ਅਸੀਂ ਸਾਥ ਦੇਣ ਲਈ ਤਿਆਰ ਹਾਂ, ਤੇ ਉੱਥੇ ਹੀ ਕਾਂਗਰਸ ਦੇ MLA, ਕਾਂਗਰਸ ਦੇ ਵਜ਼ੀਰ ਜਿਹੜੇ ਹੈਗੇ ਆ, ਮੁੱਖ ਮੰਤਰੀ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ, ਮੀਟਿੰਗਾਂ ਕੀਤੀਆਂ ਜਾ ਰਹੀਆਂ। ਕਿੱਧਰ ਨੂੰ ਜਾ ਰਹੀ ਹੈ ਕਾਂਗਰਸ ਪਾਰਟੀ? ਤੇ ਅਜਿਹੇ ਦੇ ਵਿੱਚ ਜੇ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੈ? ਕਿਉਂਕਿ ਲਗਾਤਾਰ ਲੋਕਾਂ ਨੂੰ ਲੋੜ ਹੈ ਹੁਣ ਸਰਕਾਰ ਦੀ ਹੈ, ਸਰਕਾਰ ਦੇ ਮੰਤਰੀਆਂ ਦੀ, ਪਰੰਤੂ ਇਹ ਆਪਸ ਵਿੱਚ ਉਲਝ ਰਹੇ ਨੇ। ਇਹ ਟੈਂਪਰੇਰੀ ਫੇਜ਼ ਹੈ। ਇਹ ਬਦਕਿਸਮਤੀ ਹੈ ਕਿ ਜਦੋਂ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦਾ, ਸਰਕਾਰ ਦਾ, ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ, ਉਹ ਜੁਦੀਆਂ ਮੀਟਿੰਗਾਂ ਕਰਕੇ ਆਪਣੀਆਂ ਰੋਟੀਆਂ ਸੇਕਦੇ ਹਨ। ਭਗਤ ਸਿੰਘ ਜੀ, ਗੱਲ ਇਹ ਆ ਵੀ 4.5 ਸਾਲ ਹੋ ਗਏ ਆਪਾਂ ਨੂੰ ਵਜ਼ੀਰੀਆਂ ਮਾਣਦਿਆਂ ਹੋਇਆਂ ਨੂੰ, ਅਹੁਦਿਆਂ ਦਾ ਆਨੰਦ ਮਾਣਦਿਆਂ ਹੋਇਆਂ ਨੂੰ, ਉਦੋਂ ਕੋਈ ਗੱਲ ਨਹੀਂ ਕੀਤੀ, ਤੇ ਅੱਜ ਜਦੋਂ ਹੁਣ ਕੁਝ ਸਮਾਂ ਰਹਿ ਗਿਆ, ਕੁਝ ਮਹੀਨੇ ਰਹਿ ਗਏ ਇਲੈਕਸ਼ਨ ਨੂੰ, ਤੇ ਲੋਕਾਂ ਨੂੰ ਲੋੜ ਹੈ ਮਹਾਮਾਰੀ ਦੇ ਵਿੱਚ, ਹੁਣੇ ਕਿਉਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ? ਇਹ ਸਾਰਾ ਕੈਪਟਨ ਅਮਰਿੰਦਰ ਸਿੰਘ ਤੇ ਪ੍ਰੈਸ਼ਰ ਟੈਕਸ ਨੇ ਔਰ ਖ਼ਾਸ ਤੌਰ ਤੇ ਮੇਰੇ ਹਲਕੇ ਦਾ MLA ਸਾਹ ਚਰਨਜੀਤ ਸਿੰਘ ਚੰਨੀ ਉਹ ਸਾਜ਼ਿਸ਼ਾਂ ਕਰ ਰਿਹਾ ਹੈ। ਔਰ ਮੈਂ ਇੱਥੇ ਇੱਕ ਕਹਿਣਾ ਬੜਾ ਉਚਿਤ ਸਮਝਦਾ ਹੈ ਕਿ ਸਾਹ ਚਰਨਜੀਤ ਸਿੰਘ ਚੰਨੀ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਦੀ ਦੇਣ ਹੈ। 2012 ਵਿੱਚ ਟਿਕਟ ਵਾਸਤੇ ਮੈਂ ਵੀ ਦਾਅਵੇਦਾਰ ਸੀ ਔਰ ਚਰਨਜੀਤ ਚੰਨੀ ਵੀ ਸੀ, ਲੇਕਿਨ ਚਰਨਜੀਤ ਸਿੰਘ ਚੰਨੀ ਦੀ ਹਾਲਾਂਕਿ ਕਾਂਗਰਸ ਨੂੰ ਕੋਈ ਦੇਣ ਨਹੀਂ, ਉਸ ਨੇ ਟਿਕਟ ਮੈਨੇਜ ਕੀਤਾ ਔਰ ਮੈਂ ਇੱਕ ਕਾਂਗਰਸ ਵਰਿਸ਼ਠ ਨੇਤਾ ਹੋਣ ਦੇ ਨਾਤੇ ਮੈਂ ਫੈਸਲਾ ਕੀਤਾ ਕਿ ਇਹਦੀ ਵਿਰੋਧਤਾ ਕੀਤੀ ਜਾਵੇ। ਪਰ ਇਹ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਦੀ ਹੁਕਮ ਸੀ ਮੈਨੂੰ, ਔਰ ਮੈਂ ਇੱਕ
ਡਿਸਪਲਿਨਡ ਕਾਂਗਰਸਮੈਨ ਹੋਣ ਦੇ ਨਾਤੇ ਸਰ ਚਰਨਜੀਤ ਸਿੰਘ ਚੰਨੀ ਦੀ ਮਦਦ ਕੀਤੀ ਔਰ 1700 ਵੋਟਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਜਿੱਤਿਆ। ਜੇਕਰ ਮੈਨੂੰ ਕੈਪਟਨ ਅਮਰਿੰਦਰ ਸਿੰਘ ਨਾ ਹੁਕਮ ਦਿੰਦਾ ਤਾਂ ਮੈਂ ਉਹਨੂੰ ਹਰਾ ਦੇਣਾ ਸੀ। ਅੱਜ ਇਹ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਤੇ ਪ੍ਰੈਸ਼ਰ ਪਾ ਰਿਹਾ ਔਰ ਦਲਿਤਾਂ ਦਾ ਦੇ ਕੇ ਦਲਿਤਾਂ ਨੂੰ ਅਣਦੇਖੀ ਕਰਨ ਦਾ ਦੋਸ਼ ਲਾ ਕੇ ਇਹ ਆਪਣੀਆਂ ਰੋਟੀਆਂ ਸੇਕਣਾ ਚਾਹੁੰਦਾ ਹੈ। ਮੈਂ ਚਰਨਜੀਤ ਸਿੰਘ ਚੰਨੀ ਨੂੰ ਪੁੱਛਣਾ ਚਾਹੁੰਦਾ ਕਿ 4.5 ਸਾਲ ਦੇ ਵਿੱਚ ਤੁਸੀਂ ਕਿਹੜੇ ਦਲਿਤ ਵੀਰ ਨੂੰ ਸਿਆਸੀ ਅਹੁਦਾ ਦਿੱਤਾ ਹੈ? ਜੇ ਦਿੱਤੇ ਆ ਉਹਦਾ ਤਾਂ ਦੂਸਰੀਆਂ ਵੱਡੀਆਂ ਜਾਤਾਂ ਨੂੰ ਦਿੱਤੇ ਨੇ। ਤੇ ਅੱਜ ਤੁਹਾਨੂੰ ਇਹ ਸਾਰਾ ਪ੍ਰੋਪਗੈਂਡਾ ਹੈ, ਇਹ ਸਾਰਾ ਜੋ ਕੁਝ ਕਰ ਰਿਹਾ ਹੈ, ਇਹ ਪ੍ਰੈਸ਼ਰ ਪਾ ਰਿਹਾ ਹੈ। ਲੇਕਿਨ ਮੈਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹਨਾਂ ਪ੍ਰੈਸ਼ਰਾਂ ਦੇ ਥੱਲੇ ਨਹੀਂ ਆ ਸਕਦਾ। ਤੁਸੀਂ ਗੱਲ ਕਰ ਰਹੇ ਹੋ ਕਿ ਇਹ ਸਿਰਫ ਚਰਨਜੀਤ ਸਿੰਘ ਚੰਨੀ ਕਰ ਰਿਹਾ ਵਿਰੋਧ, ਪਰੰਤੂ ਗੱਲ ਕੀਤੀ ਜਾਵੇ ਸ਼ਮਸ਼ੇਰ ਸਿੰਘ ਦੁੱਲੋ ਦੀ ਜਾਂ ਬਾਜਵਾ ਸਾਹਿਬ ਜੀ, ਉਹ ਵੀ ਤਾਂ ਕਰ ਰਹੇ ਲਗਾਤਾਰ, ਉਹ ਵੀ ਆਰੋਪ ਲਗਾ ਰਹੇ ਆ ਕੈਪਟਨ ਸਾਹਿਬ ਤੇ। ਉਹ ਤਾਂ ਇੱਥੇ ਤੱਕ ਕਹਿ ਰਹੇ ਕਿ ਇਹਨਾਂ ਨੇ ਜਿਹੜੇ ਆਪਣੇ ਰਸੋਈਏ ਸੀ ਆ ਜਿਹੜੇ ਖਾਣਾ ਬਣਾਉਣ ਵਾਲੇ ਸੀ ਉਹਨਾਂ ਨੂੰ ਟਿਕਟਾਂ ਦੇ ਕੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ। ਮੈਂ ਇਸ ਡਿਟੇਲ ਵਿੱਚ ਨਹੀਂ ਜਾਂਦਾ, ਲੇਕਿਨ ਜਿੱਥੇ ਤੱਕ ਬਾਈਬਲ ਕਾਂਡ ਦਾ ਸੰਬੰਧ ਹੈ, ਕੈਪਟਨ ਅਮਰਿੰਦਰ ਸਿੰਘ ਜੀ ਦੀ ਅੱਜ ਦਾ ਤੁਸੀਂ ਬਿਆਨ ਪੜ੍ਹ ਲਓ। ਉਸ ਨੇ ਨਵੀਂ ਸਿੱਟ ਜੋ ਬਣਾਈ ਹੈ ਉਸ ਦੇ ਤਹਿਤ ਇਹ ਵਾਅਦਾ ਕੀਤਾ ਹੈ ਕਿ ਇਹ ਛੇਤੀ ਤੋਂ ਛੇਤੀ ਵਿਦਨ 2-3 ਮੰਥਸ ਆਪਣਾ ਫੈਸਲਾ ਦੇਵੇਗੀ ਔਰ ਉਹ ਫੈਸਲੇ ਦੇ ਤਹਿਤ ਮੈਂ ਜੋ ਦੋਸ਼ੀ ਹਨ ਉਹਨਾਂ ਨੂੰ ਸਜ਼ਾ ਦੇਵਾਂਗਾ। ਸਰ ਤੁਹਾਡੇ ਮੁੱਖ ਮੰਤਰੀ ਤੇ ਸਵਾਲ ਇਹ ਉੱਠ ਰਹੇ ਨੇ ਕਿ ਜੇ ਉਹਨਾਂ ਨੇ ਜਾਂਚ ਜਿਹੜੀ ਪਹਿਲਾਂ ਕਰਵਾਈ ਆ ਉਹ ਨਿਰਪੱਖ ਕਰਵਾਈ ਆ ਤਾਂ ਉਹ ਮਾਨਯੋਗ ਸੁਪਰੀਮ ਕੋਰਟ ਕਿਉਂ ਨਹੀਂ ਗਏ? ਕਿਉਂ ਜਿਹੜਾ ਹੈਗਾ ਇਹ ਦਮੀ ਸਿੱਟ ਦੀਆਂ ਗੱਲਾਂ ਕਰ ਰਹੀਆਂ? 6 ਮਹੀਨੇ ਰਹਿ ਗਏ, 6 ਮਹੀਨੇ 'ਚ ਕਿਹੜੀ ਜਾਂਚ ਪੂਰੀ ਹੋ ਜੂਗੀ? ਮੈਂ ਇੱਕ ਵਕੀਲ ਦੇ ਨਾਤੇ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਗਰ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਂਦੀ, ਉੱਥੇ ਇਹਨੇ ਭਾਵੇਂ ਉਹ ਐਡਮਿਟ ਕਰ ਲੈਣੀ ਸੀ ਅਪੀਲ, ਲੇਕਿਨ ਉਹ ਇੰਨੀ ਛੇਤੀ ਫੈਸਲਾ ਨਹੀਂ ਸੀ ਕਰ ਸਕਦੀ। ਇਸ ਕਰਕੇ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਪਟਨ ਅਮਰਿੰਦਰ ਸਿੰਘ ਜੀ ਸੁਪਰੀਮ ਕੋਰਟ ਨਹੀਂ ਗਏ। ਉਹਨਾਂ ਨੇ ਇੱਕ ਨਵੀਂ ਸਿੱਟ ਬਣਾ ਕੇ ਲੋਕਾਂ ਦੇ ਨਾਲ ਅੱਜ ਦੀ ਜੋ ਤੁਸੀਂ ਬਿਆਨ ਉਹ ਪੜ੍ਹ ਲਿਓ, ਉਹਦੇ ਤਹਿਤ ਪਰ ਮੈਨੂੰ ਪੂਰਾ ਭਰੋਸਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਦੋਸ਼ੀਆਂ ਨੂੰ ਸਜ਼ਾ ਦੇਣਗੇ। ਪਰੰਤੂ ਕਾਂਗਰਸ ਦੇ ਅਤੇ ਅਕਾਲੀ ਦਲ ਤੇ ਅਕਸਰ ਜਿਹੜੇ ਵਿਰੋਧੀਆਂ ਦੇ ਜਾਂ ਸਿੱਖ ਜਿਹੜੇ ਹੈਗੇ ਬੁੱਧੀਜੀਵੀਆਂ ਦੇ ਦੋਸ਼ ਰਹਿੰਦੇ ਆ ਕਿ ਕਾਂਗਰਸ ਅਤੇ ਅਕਾਲੀ ਦਲ ਵਾਲੇ ਰਲੇ ਹੋਏ ਨੇ। ਜਦੋਂ ਸਰਕਾਰ ਆਂਦੀ ਆ ਪਰਚੇ ਦਰਜ ਕਰ ਦਿੰਦੇ ਨੇ ਤੇ ਜਦੋਂ ਸਰਕਾਰ ਜਾਣ ਲੱਗਦੀ ਆ ਤਾਂ ਪਰਚੇ ਖਾਰਜ ਕਰਕੇ ਕਲੀਨ ਚਿੱਟ ਦੇ ਜਾਂਦੇ ਨੇ। ਲੋਕਾਂ ਨੂੰ ਲੋਕ ਦਿਖਾਵੇ ਕਰਕੇ ਵੋਟ ਬੈਂਕ ਜਿਹੜਾ ਬਟੋਰਨ ਵਾਸਤੇ ਇੱਕ ਦੂਜੇ ਦੇ ਖਿਲਾਫ ਜ਼ਹਿਰ ਉਗਲਦੇ ਆ, ਪਰੰਤੂ ਇਹਨਾਂ ਦੇ ਖਾਣੇ ਦਾਣੇ ਜਿਹੜੀਆਂ ਹੈਗੀਆਂ ਇੱਕਾ ਰਾਤ ਨੂੰ ਇਕੱਠੇ ਬਹਿੰਦੇ ਆ। ਇਹ ਸਾਰੇ ਭੁਲੇਖੇ ਨੇ। ਤੁਸੀਂ ਸੁਖਬੀਰ ਬਾਦਲ ਦੇ ਬਿਆਨ ਪੜ੍ਹਿਓ, ਉਹ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੇਅਰ ਨਹੀਂ ਕਰਦੇ। ਹਾਂ, ਕੈਪਟਨ ਅਮਰਿੰਦਰ ਸਿੰਘ ਬਹੁਤ ਘੱਟ ਜਵਾਬ ਦਿੰਦੇ ਨੇ ਔਰ ਜਦੋਂ ਜਵਾਬ ਦਿੰਦੇ ਨੇ ਬੜੇ ਤਕੜੇ ਹੋ ਕੇ ਦਿੰਦੇ ਨੇ। ਇਹ ਸਾਰੇ ਭੁਲੇਖੇ ਨੇ, ਕੋਈ ਮਿਲੇ ਹੋਏ ਨਹੀਂ ਹੈ। ਔਰ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਦਾ ਇਮੇਜ ਹੈ, ਜੋ ਇਸ ਨੇ ਇਮੇਜ ਬਣਾਇਆ ਹੈ, ਉਸ ਦੇ ਤਹਿਤ ਸਾਡੀ ਸਰਕਾਰ ਬਣੇਗੀ। ਤੇ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਇਲੈਕਸ਼ਨ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਵਿੱਚ ਤਾਂ ਸਾਬਤ ਕੀਤਾ ਸੀਗਾ, ਆਪਣੇ ਬਿਆਨਾਂ ਦੇ ਵਿੱਚ ਸਟੇਜ ਦੇ ਉੱਤੇ ਜਨਤਕ ਤੌਰ ਤੇ ਕਿਹਾ ਸੀ ਕਿ ਮੈਨੂੰ ਸਭ ਪਤਾ ਕੌਣ ਨਸ਼ੇ ਵੇਚਦਾ, ਮੇਰੀ ਸਰਕਾਰ ਆਉਣ ਦਿਓ, ਆਉਂਦੀ ਸਾਰੇ ਮੈਂ ਇਹਨਾਂ ਨੂੰ ਅੰਦਰ ਦਿਆਂਗਾ। ਉਹ ਕਹਿੰਦੇ ਸਰਕਾਰ ਨੂੰ ਇੱਕ ਇੱਕ ਚੀਜ਼ ਦਾ ਪਤਾ ਹੁੰਦਾ ਕਿ ਕੌਣ ਨਸ਼ੇ ਵੇਚਦਾ, ਕੌਣ ਮਾਈਨਿੰਗ ਕਰਦਾ, ਤੇ ਹੁਣ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਕੌਣ ਨਸ਼ੇ ਵੇਚ ਰਿਹਾ, ਕੌਣ ਮਾਈਨਿੰਗ ਕਰਵਾ ਰਿਹਾ। ਸਮਾਂ ਆਉਣ ਦਿਓ, ਬਹੁਤ ਛੇਤੀ ਹੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਬਾਬਤ ਉਹਨਾਂ ਨੇ ਵਾਅਦਾ ਕੀਤਾ ਸੀ ਉਹਨਾਂ ਨੂੰ ਸ਼ੀਖਾਂ ਦਿਖਾਉਣਗੇ ਔਰ ਉਹਨਾਂ ਨੂੰ ਅੰਦਰ ਕਰਨਗੇ। ਸਰ ਕਦੋਂ ਸਮਾਂ ਆਉਣਾ? 4.5 ਸਾਲ ਹੋ ਗਏ, 6 ਮਹੀਨੇ ਰਹਿ ਗਏ, ਕਰੋਨਾ ਦਾ ਦੌਰ ਆ, ਕਰੋਨਾ ਦੇ ਵਿੱਚ ਉਲਝੇ ਹੋਏ ਲੋਕ ਹਲੇ ਤਾਂ। ਇਹ ਗੱਲ ਵਿਦਿਨ ਏ ਸ਼ਾਰਟ ਪੀਰੀਅਡ ਯੂ ਵਿਲ ਸੀ ਕਿ ਵੀ ਕੈਪਟਨ ਅਮਰਿੰਦਰ ਸਿੰਘ ਜੀ ਐਕਸ਼ਨ ਲੈਣਗੇ। ਕਿੰਨੇ ਸਮੇਂ ਦੇ ਵਿੱਚ ਸਰ? ਵਿਦਿਨ ਏ ਸ਼ਾਰਟ ਪੀਰੀਅਡ, ਵਿਦਿਨ ਏ ਸ਼ਾਰਟ ਪੀਰੀਅਡ। ਪਰ ਅੱਜ ਤੱਕ ਪੰਜਾਬ ਦੇ ਵਿੱਚ ਨਸ਼ੇ ਤਾਂ ਬੰਦ ਨਹੀਂ ਹੋਏ, ਹਲੇ ਵੀ ਨਸ਼ੇ ਉਸੇ ਤਰ੍ਹਾਂ ਚੱਲ ਰਹੇ ਨੇ। ਬੇਰੋਜ਼ਗਾਰੀ ਜਿਹੜੀ ਹੈਗੀ ਹੈ, ਗੱਲ ਕੀਤੀ ਜਾਵੇ ਤਾਂ ਬੇਰੋਜ਼ਗਾਰੀ ਵੀ ਉੱਦਾਂ ਹੀ ਚੱਲ ਰਹੀ ਹੈ। ਇਹ ਇੱਕ ਤਰਫੀ ਗੱਲ ਨਹੀਂ, ਕੈਪਟਨ ਅਮਰਿੰਦਰ ਸਿੰਘ ਦੇ ਬਸ ਦੀ ਗੱਲ ਨਹੀਂ, ਕਿਉਂਕਿ ਪੰਜਾਬ ਦੇ ਜੋ ਲੋਕ ਨੇ, ਪੰਜਾਬ ਦੇ ਸਾਡੇ ਨੇਤਾ ਨੇ ਜਿਹੜੇ, ਦੇ ਆਰ ਨਾਟ ਕੋਆਪਰੇਟਿੰਗ ਵਿਦ ਕੈਪਟਨ ਅਮਰਿੰਦਰ ਸਿੰਘ। ਪਰ ਸਰ ਜੇ ਵਸ ਦੀ ਗੱਲ ਨਹੀਂ ਹੈਗੀ, ਫਿਰ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਕਿਉਂ ਖਾਧੀ ਸੀ? ਉਸ ਸਮੇਂ ਦੇਖਣਾ ਸੀ ਨਾ ਮੇਰੇ ਵਸ 'ਚ ਹੈ ਕਿ ਨਹੀਂ। ਜਿੱਥੇ ਤੱਕ ਸਹੁੰ ਦੀ ਗੱਲ ਹੈ,
ਕੈਪਟਨ ਅਮਰਿੰਦਰ ਸਿੰਘ ਅਮਰੋਂ ਵੱਲੋਂ ਸੱਚੇ ਨੇ। ਉਹ ਜੋ ਵੀ ਐਕਸ਼ਨ ਕਰ ਰਹੇ ਹਨ ਉਹ ਪੂਰੀ ਤਰ੍ਹਾਂ ਪੂਰੀ ਸ਼ਿੱਦਤ ਦੇ ਨਾਲ, ਪੂਰੀ ਤਾਕਤ ਦੇ ਨਾਲ, ਪੂਰੀ ਇਮਾਨਦਾਰੀ ਦੇ ਨਾਲ ਕਰ ਰਹੇ ਹਨ। ਉਮੀਦ ਰੱਖੀ ਜਾਵੇ ਕਿ ਜੋ ਗੁਟਕਾ ਸਾਹਿਬ ਦੀ ਸੌਹਾਂ ਖਾ ਕੇ ਵਾਅਦੇ ਕੀਤੇ ਸੀ ਉਹ ਇਹਨਾਂ 6-8 ਮਹੀਨਿਆਂ ਦੇ ਵਿੱਚ ਪੂਰੇ ਕਰਨਗੇ, ਜਿਵੇਂ ਕਿ ਪੂਰਨ ਤੌਰ ਤੇ ਕਰਜ਼ਾ ਮਾਫੀ ਹੋਗੀ, ਘਰ ਘਰ ਰੋਜ਼ਗਾਰ ਦੀ ਗੱਲ ਹੋਵੇ, ਜਾਂ ਜਿਹੜਾ ਦਲਿਤਾਂ ਨੂੰ ਜਿਹੜਾ ਹੈਗਾ ਉਹਨਾਂ ਦੇ ਬਣਦੇ ਹੱਕ, ਹੋਰ ਕਈ ਜਿਹੜੇ ਨਸ਼ੇ ਦਾ ਜਿਹੜਾ ਹੈਗਾ ਖਾਤਮਾ, ਇਹ ਜਿਹੜੇ ਹੁਣ ਵਾਅਦੇ 6-8 ਮਹੀਨੇ 'ਚ ਪੂਰੇ ਹੋਣਗੇ। ਕਿਉਂਕਿ ਕੈਪਟਨ ਸਾਹਿਬ ਕਹਿੰਦੇ 80-85% ਵਾਅਦੇ ਪੂਰੇ ਹੋ ਗਏ, 15% ਵਾਅਦੇ ਜਿਹੜੇ ਹੈਗੇ ਰਹਿ ਗਏ ਆ, ਜਦੋਂ ਕਿ ਲੋਕ ਕਹਿੰਦੇ ਆ 10% ਵੀ ਵਾਅਦੇ ਪੂਰੇ ਨਹੀਂ ਹੋਏ ਹੈਗੇ। ਇਹ ਜੋ ਕੈਪਟਨ ਅਮਰਿੰਦਰ ਸਿੰਘ ਜੀ ਕਹਿ ਰਹੇ ਹਨ ਉਸ 'ਤੇ ਉਹ ਪੂਰਾ ਉਤਰਨਗੇ। ਜੋ ਰਹਿੰਦੇ ਵਾਅਦੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਪੂਰੇ ਕਰਨੇ। ਅੱਗੇ ਚੱਲੀਏ ਸਰ, ਹੁਣ ਇਹ ਜਿਹੜੀ ਗੱਲ ਕਾਂਗਰਸ ਦੇ ਵਿੱਚ ਕਲੇਸ਼ ਚੱਲ ਰਿਹਾ ਆਪਸਰ, ਜਿਹੜਾ ਕਰੋਨਾ ਦੇ ਦੌਰ ਦੇ ਵਿੱਚ, ਜਦੋਂ ਕਿ ਇਹ ਹੋਣਾ ਨਹੀਂ ਚਾਹੀਦਾ, ਲੋਕਾਂ ਨੂੰ ਲੋੜ ਅੱਜ ਮੰਤਰੀਆਂ ਦੀ, ਸੰਤਰੀਆਂ ਦੀ, ਕਿ ਲੋਕ ਦੇਖਦੇ ਆ ਸਰਕਾਰ ਵੱਲ ਨੂੰ ਕਿ ਸਾਡੀ ਹੈਲਪ ਕਰੇ ਸਰਕਾਰ, ਭਾਵੇਂ ਰੋਜ਼ਗਾਰ ਨੂੰ ਲੈ ਕੇ ਹੋਵੇ, ਭਾਵੇਂ ਖਾਣੇ ਨੂੰ ਲੈ ਕੇ ਹੋਵੇ, ਭਾਵੇਂ ਹਸਪਤਾਲਾਂ ਦੇ ਵਿੱਚ ਇਲਾਜ ਨੂੰ ਲੈ ਕੇ। ਪਰੰਤੂ ਇਹ ਆਪਸੀ ਜਿਹੜਾ ਕਲੇਸ਼ ਚੱਲ ਰਿਹਾ, ਕੀ ਕਾਰਨ ਮੰਨਦੇ ਹੋ, ਕਿਉਂ ਚੱਲ ਰਿਹਾ, ਇਹ ਕੀ ਲੱਗਦਾ ਕਦੋਂ ਤੱਕ ਚੱਲੂਗਾ ਜਾਂ ਖਤਮ ਹੋਊਗਾ? ਕੈਪਟਨ ਅਮਰਿੰਦਰ ਸਿੰਘ ਇੰਨੇ ਤਕੜੇ ਲੀਡਰ ਨੇ ਕਿ ਉਹ ਇਹਨਾਂ ਪੋਲੀਟੀਸ਼ੀਅਨ ਜਿਹੜੇ ਰੋਟੀਆਂ ਸੇਕ ਕੇ ਇਹਨਾਂ ਪਰ ਪ੍ਰੈਸ਼ਰ, ਉਹਨਾਂ ਦੇ ਪ੍ਰੈਸ਼ਰ ਨੂੰ ਨਹੀਂ ਮੰਨਦੇ। ਜਿੱਥੇ ਤੱਕ ਕਰੋਨਾ ਦੇ ਨਾਲ ਲੜਾਈ ਹੈ, ਕੈਪਟਨ ਅਮਰਿੰਦਰ ਸਿੰਘ ਜੀ ਪੂਰੀ ਸ਼ਿੱਦਤ ਦੇ ਨਾਲ, ਪੂਰੀ ਇਮਾਨਦਾਰੀ ਦੇ ਨਾਲ, ਪੂਰੀ ਤਾਕਤ ਦੇ ਨਾਲ, ਪੂਰੀ ਪਲੈਨਿੰਗ ਦੇ ਨਾਲ ਉਹਦਾ ਮੁਕਾਬਲਾ ਕਰ ਰਹੇ ਹਾਂ। ਔਰ ਮੈਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਛੇਤੀ ਤੋਂ ਛੇਤੀ ਇਸ ਮਹਾਮਾਰੀ 'ਤੇ ਕਾਬੂ ਪਾ ਲਾਂਗੇ। ਕਾਰਨ ਕੀ ਮੰਨਦੇ ਹੋ, ਜਦੋਂ ਹੁਣ ਲੋੜ ਆ ਲੋਕਾਂ ਨੂੰ, ਹੁਣ ਇਸੇ ਸਮੇਂ ਕਾਂਗਰਸੀ ਕਿਉਂ ਜਿਹੜਾ ਹੈਗਾ ਕੈਪਟਨ ਸਾਹਿਬ ਨੂੰ ਘੇਰ ਰਹੇ ਨੇ, ਕਿਉਂ ਮੀਟਿੰਗਾਂ ਕਰ ਰਹੇ ਗੁਪਤ ਕਰਕੇ, ਕਾਰਨ ਕੀ ਮੰਨਦੇ ਉਹਦੇ ਪਿੱਛੇ? ਇਹ ਸਮੇਂ ਦੀ ਗੱਲ ਹੈ। ਕਾਂਗਰਸ ਹਾਈ ਕਮਾਂਡ ਨੇ ਵੀ ਅੱਜ the Congress High Command has taken a cognizance and they have decided to decide this matter as early as possible, or after a week or so all these things will be settled down. ਸਰ, ਇਹੋ ਜਿਹੀ ਸਥਿਤੀ ਦੇ ਵਿੱਚ ਦਿੱਲੀ ਹਾਈ ਕਮਾਂਡ ਤੁਹਾਡੀ ਜਿਹੜੀ ਹੈਗੀ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ, ਉਹ ਕੁਝ ਨਹੀਂ ਕਰ ਰਹੇ ਕਿ ਬਾਗੀ ਹੋ ਚੁੱਕੇ ਆ ਜਿਹੜੇ ਵਿਰੋਧ ਕਰ ਰਹੇ ਆ? ਉਹ ਸਿਚੁਏਸ਼ਨ ਨੂੰ ਦੇਖ ਰਹੇ ਨੇ। ਔਰ ਅੱਜ ਦਾ ਤੁਸੀਂ ਚਾਹੇ ਟ੍ਰਿਬਿਊਨ ਦੇਖ ਲਓ, ਚਾਹੇ ਅਜੀਤ, ਉਹਦੇ ਵਿੱਚ ਉਹਨਾਂ ਨੇ, ਰਾਹੁਲ ਜੀ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਅਸੀਂ ਛੇਤੀ ਤੋਂ ਛੇਤੀ ਇਸ ਮਸਲੇ ਦਾ ਹੱਲ ਕਰਾਂਗੇ। ਜਿਵੇਂ ਸਿੱਧੂ ਸਾਹਿਬ ਲਗਾਤਾਰ ਕੈਪਟਨ ਸਾਹਿਬ ਤੇ ਅਟੈਕ ਕਰ ਰਹੇ ਨੇ, ਕੀ ਲੱਗਦਾ ਕਿ ਸਿੱਧੂ ਸਾਹਿਬ ਕਾਂਗਰਸ ਦੇ ਵਿੱਚ ਰਹਿਣਗੇ ਜਾਂ ਕਿਸੇ ਹੋਰ ਪਾਰਟੀ 'ਚ ਜਾਣਗੇ? ਮੈਂ ਸਿੱਧੂ ਸਾਹਿਬ ਦੀ ਬਾਬਤ ਕੋਈ ਪੇਸ਼ੀਨਗੋਈ ਨਹੀਂ ਕਰ ਸਕਦਾ, ਪਰ ਰਵਨੀਤ ਬਿੱਟੂ ਨੇ ਠੀਕ ਹੀ ਕਿਹਾ ਸੀ ਵੀ ਇਹ ਖਾਲੀ ਭਾਂਡਾ ਹੈ, ਇਹ ਖੜਕਦਾ ਹੈ। ਇਸ ਦੇ ਕੋਲ ਅੱਜ ਕੋਈ ਆਲਟਰਨੇਟਿਵ ਨਹੀਂ ਐਕਸੈਪਟ ਆਮ ਆਦਮੀ ਪਾਰਟੀ। ਬਾਕੀ ਪਾਰਟੀਆਂ ਕੋਈ ਇਹਨੂੰ ਝੱਲਣ ਨੂੰ ਤਿਆਰ ਨਹੀਂ। ਤੇ ਤੁਹਾਡੇ ਅਨੁਸਾਰ ਆਮ ਆਦਮੀ ਪਾਰਟੀ ਵਿੱਚ ਜਾ ਸਕਦੇ ਸਿੱਧੂ ਸਾਹਿਬ? ਆਮ ਆਦਮੀ ਪਾਰਟੀ, that is the only alternative with him, because neither BJP nor Congress nor Akali Dal will accept him. ਤੇ ਹੁਣ ਅੱਜ ਕੈਪਟਨ ਸਾਹਿਬ ਨੇ ਐਲਾਨ ਕੀਤਾ ਕਿ 23 ਜ਼ਿਲ੍ਹੇ ਬਣਾਏ ਜਾਣਗੇ। ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਗਿਆ, 500 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗਿਆ, ਤੇ 50 ਕਰੋੜ ਕਹਿੰਦੇ ਅਸੀਂ ਜਾਰੀ ਕਰ ਦਿੱਤੇ ਆ। ਉੱਥੇ ਜਿਹੜਾ ਹੈਗਾ ਡਿਪਟੀ ਕਮਿਸ਼ਨਰ ਦਫ਼ਤਰ ਬਣੇਗਾ। ਈਦ ਦੇ ਮੌਕੇ 'ਤੇ ਉਹਨਾਂ ਨੇ ਐਲਾਨ ਕੀਤਾ। ਕਿਵੇਂ ਦੇਖਦੇ ਹੋ 23 ਜ਼ਿਲ੍ਹੇ ਜਿਹੜੇ ਹੈਗੇ ਆ ਬਣਨ ਜਾ ਰਹੇ ਪੰਜਾਬ ਦੇ ਵਿੱਚ? ਇਹ ਉਹਨਾਂ ਦਾ ਫੈਸਲਾ ਬਿਲਕੁਲ ਠੀਕ ਹੈ, ਕਿਉਂਕਿ ਮੁਸਲਮਾਨ ਕਮਿਊਨਿਟੀ which feels isolated in the present system of ਮੋਦੀ ਜੀ, ਉਹਨੇ ਕਾਂਗਰਸ ਦਾ ਉਹਨਾਂ ਨੇ ਸਾਥ ਦਿੱਤਾ ਹੈ। ਉਹਨਾਂ ਨੇ ਵੈਸਟ ਬੰਗਾਲ ਵਿੱਚ ਵੀ ਸਾਡਾ ਸਾਥ ਦਿੱਤਾ ਹੈ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਜੀ ਅੰਡਰ ਓਬਲੀਗੇਸ਼ਨ ਟੂ ਗ੍ਰਾਂਟ ਡਿਸਟ੍ਰਿਕਟ ਟੂ ਮਲੇਰਕੋਟਲਾ। ਸਿੱਖਾਂ ਪ੍ਰਤੀ ਕੈਪਟਨ ਸਾਹਿਬ ਨੂੰ ਕਿਵੇਂ ਦੇਖਦੇ ਹੋ? ਸਿੱਖ ਕੌਮ ਨੂੰ ਲੈ ਕੇ, ਸਿੱਖ ਵੋਟਾਂ ਨੂੰ ਲੈ ਕੇ ਕੈਪਟਨ ਸਾਹਿਬ ਕਿਵੇਂ ਹੈਗਾ ਰਵੱਈਆ, ਕਿਸ ਤਰ੍ਹਾਂ ਦੇਖਦੇ? ਅੱਜ ਦੇ ਸੰਦਰਭ ਦੇ ਵਿੱਚ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਬਤੌਰ ਸਿੱਖ ਦਾ ਉਹਦਾ ਕੋਈ ਮੁਕਾਬਲਾ ਨਹੀਂ। ਉਸ ਦੇ ਖਿਲਾਫ ਐਲੀਗੇਸ਼ਨ ਜਿਹੜੇ ਲੱਗਦੇ ਨੇ ਉਹ ਬਿਲਕੁਲ ਹੀ ਬੇਸਲੈਸ ਨੇ। ਕੈਪਟਨ ਅਮਰਿੰਦਰ ਸਿੰਘ ਇੱਕ ਬਹੁਤ ਤਕੜਾ ਲੀਡਰ ਹੈ। ਉਹਨੇ ਪੰਜਾਬ ਨੂੰ, ਔਰ ਆਉਣ ਵਾਲੇ ਸਮੇਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਨਗੇ। ਪਰ ਸਰ, ਜਿਵੇਂ ਕਲੇਸ਼ ਚੱਲ ਰਿਹਾ ਕਰੋਨਾ ਨੂੰ ਲੈ ਕੇ, ਜਾਂ ਉਹਨਾਂ ਤੇ ਆਰੋਪ ਲੱਗ ਰਿਹਾ ਕਿ ਵਾਅਦੇ ਕੀਤੇ ਸੀ ਜਿਹੜੇ 4.5 ਸਾਲ ਪਹਿਲਾਂ ਉਹ ਪੂਰੇ ਨਹੀਂ ਹੋਏ,
ਫਿਰ ਤੁਸੀਂ ਕਿਵੇਂ ਦਾਅਵਾ ਕਰਦੇ ਹੋ ਕਿ ਆਉਣ ਵਾਲੇ ਜਿਹੜੇ ਹੈਗੇ 22 ਦੇ ਵਿੱਚ ਉਹ ਮੁੱਖ ਮੰਤਰੀ ਬਣ ਗਏ? ਖੁਦ ਉਹਨਾਂ ਦੇ ਕਾਂਗਰਸੀ ਐਮਐਲਏ ਆ, ਕਾਂਗਰਸੀ ਵਜ਼ੀਰ ਉਹ ਸਾਥ ਨਹੀਂ ਦੇ ਰਹੇ, ਉਹ ਤਾਂ ਵਿਰੋਧ ਕਰ ਰਹੇ ਆ, ਉਹ ਤਾਂ ਕਹਿੰਦੇ ਅਸੀਂ ਬਣਨਾ ਚਾਹੁੰਦੇ ਆ। ਫਿਰ ਅਜਿਹੇ ਵਿੱਚ ਕੈਪਟਨ ਸਾਹਿਬ ਆਪਣੀ ਫੌਜ ਤੋਂ ਬਿਨਾਂ ਕਿਵੇਂ ਜੰਗ ਜਿੱਤ ਸਕਦੇ ਆ? ਪੰਜਾਬ ਦੇ ਅਕਾਲੀ ਪਾਰਟੀ ਇਹਨਾਂ ਨੇ 10 ਸਾਲ ਰਾਜ ਕੀਤਾ, ਇਹਨਾਂ ਨੂੰ ਪੁੱਛਿਆ ਜਾਵੇ ਇਹਨਾਂ ਨੇ ਕਿਹੜੇ ਵਾਅਦੇ ਪੂਰੇ ਕੀਤੇ ਹਨ। ਲੇਕਿਨ ਇਹਦੇ ਬਾਵਜੂਦ ਵੀ ਆ ਸਾਡਾ ਜੋ ਸਮਾਂ ਪੀਰੀਅਡ 8 ਮਹੀਨਾ, 8 ਮਹੀਨੇ 'ਚ ਅਸੀਂ ਲੋਕਾਂ ਦੇ ਵਾਅਦੇ ਜੋ ਕੀਤੇ ਨੇ, ਜਿਵੇਂ ਕਿ ਕਰਜ਼ਾ ਮਾਫੀ ਔਰ ਹੋਰ ਦੂਜੇ ਦਰਦਾਂ ਦੇ ਨਾਲ ਜੋ ਵਾਅਦੇ ਕੀਤੇ, ਉਹ ਅਸੀਂ ਪੂਰੇ ਕਰਾਂਗੇ। ਕਿਵੇਂ ਦੇਖਦੇ ਹੋ ਕਿੰਨੇ ਕੁ ਵਾਅਦੇ ਜਿਹੜੇ ਹੈਗੇ ਆ ਪੂਰੇ ਹੋ ਚੁੱਕੇ ਆ? ਜਿਸ ਤਰ੍ਹਾਂ 4.5 ਸਾਲ ਪਹਿਲਾਂ ਕੈਪਟਨ ਸਾਹਿਬ ਨੇ ਵਾਅਦੇ ਪੂਰੇ ਕੀਤੇ ਸੀ। ਐਜ਼ ਏ ਤੁਸੀਂ ਸੀਨੀਅਰ ਕਾਂਗਰਸੀ ਹੋ, ਲਗਾਤਾਰ ਤੁਸੀਂ ਵਾਚ ਕਰਦੇ ਹੋ ਸਾਰੀਆਂ ਨਿਊਜ਼ ਨੂੰ, ਕੀ ਮੰਨਦੇ ਹੋ ਕਿੰਨੇ ਕੁ ਵਾਅਦੇ ਜਿਹੜੇ ਹੈਗੇ ਆ ਪੂਰੇ ਹੋ ਚੁੱਕੇ ਹੁਣ ਤੱਕ? ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਕੋਸ਼ਿਸ਼ ਹੈ ਕਿ ਜੋ ਵੀ ਵਾਅਦੇ ਅਸੀਂ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਸੀ, ਉਹਨਾਂ ਨੂੰ ਪੂਰਾ ਕਿਸੇ ਹੱਦ ਤੱਕ ਕਰ ਵੀ ਲਿਆ ਔਰ ਕਰ ਵੀ ਲੈਣਗੇ। ਔਰ ਪੰਜਾਬ ਦੇ ਲੋਕਾਂ ਨੂੰ ਇਹ ਭੁਲੇਖਾ ਦੂਰ ਕਰਕੇ ਔਰ ਆਉਣ ਵਾਲੀ ਜੋ ਇਲੈਕਸ਼ਨ ਹੈ 2022 ਦੀ, ਉਸ ਦੇ ਵਿੱਚ ਲੋਕ ਇਹਨਾਂ ਨੂੰ ਦੁਬਾਰਾ ਇੱਕ ਤਕੜਾ ਲੀਡਰ ਹੋਣ ਦੇ ਨਾਤੇ ਸਰ, ਇੱਕ ਜਿਹੜੇ ਬੁੱਧੀਜੀਵੀ ਆ, ਜਿਹੜੇ ਲੋਕ ਆਮ, ਉਹਨਾਂ ਦੇ ਵਿੱਚ ਇੱਕ ਮੰਗ ਉੱਠਣੀ ਸ਼ੁਰੂ ਹੋ ਗਈ ਹੈ। ਜਿਸ ਤਰ੍ਹਾਂ ਸਿਆਸੀ ਪਾਰਟੀਆਂ ਦੇ ਲੀਡਰ ਹਰ ਸਾਲ ਹਰ ਵਾਰੀ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਵਾਅਦੇ ਕਰ ਦਿੰਦੇ ਆ, ਵੋਟਾਂ ਲੈ ਲੈਂਦੇ ਆ, ਪੂਰੇ ਨਹੀਂ ਕਰਦੇ, ਚਲੇ ਜਾਂਦੇ ਆ, ਲੋਕ ਉਸੇ ਤਰ੍ਹਾਂ ਜਿਹੜੇ ਹੈਗੇ ਆ ਗੁੰਮਰਾਹ ਹੋ ਜਾਂਦੇ ਆ। ਤੇ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਜਾਂ ਚੋਣ ਕਮਿਸ਼ਨ ਇੱਕ ਰੂਲ ਬਣਾਵੇ, ਜਿਹੜਾ ਵੀ ਲੀਡਰ ਚੋਣ ਲੜਦਾ ਉਹ ਐਫੀਡੇਵਿਟ ਦੇਵੇ ਵੀ, ਜਾਂ ਪਾਰਟੀ ਐਫੀਡੇਵਿਟ ਦੇਵੇ ਵੀ ਆਹ ਵਾਅਦੇ ਹੈਗੇ ਆ, ਇੰਨੇ ਸਮੇਂ ਵਿੱਚ ਪੂਰੇ ਕਰਾਂਗੇ। ਅਗਰ ਉਹ ਵਾਅਦੇ ਪਾਰਟੀ ਉਨੇ ਸਮੇਂ ਵਿੱਚ ਪੂਰੇ ਨਹੀਂ ਕਰਦੀ ਵਾਅਦੇ, ਤਾਂ ਉਹਦੀ ਸਦੱਸਤਾ ਜਿਹੜੀ ਹੈਗੀ ਰੱਦ ਹੋਣੀ ਚਾਹੀਦੀ ਆ। ਉਹਦੀ ਜਿਹੜੀ ਐਮਐਲਏਸ਼ਿਪ ਜਾਂ ਲੀਡਰ ਜਿਹੜਾ ਹੈਗਾ ਉਹਨੂੰ ਪੂਰਨ ਤੌਰ 'ਤੇ ਦਾ ਖਤਮ ਹੋਣਾ ਚਾਹੀਦਾ, ਵੀ ਕਦੇ ਵੀ ਚੋਣ ਨਾ ਲੜੇ। ਇਹ ਮੰਗ ਹੈਗੀ ਆ ਲੋਕਾਂ ਦੀ, ਸਿਆਸੀ ਜਿਹੜੇ ਹੈਗੇ ਮਾਹਰ ਵੀ ਇਸ ਤਰ੍ਹਾਂ ਹੋਣਾ ਚਾਹੀਦਾ, ਤਾਂ ਕਿ ਲੋਕਾਂ ਨਾਲ ਲੋਕ ਜਿਹੜੇ ਹੈਗੇ ਆ ਲੀਡਰ ਸਿਆਸੀ ਪਾਰਟੀਆਂ ਲੋਕਾਂ ਨਾਲ ਧੋਖਾ ਨਾ ਕਰੇ ਵੋਟਾਂ ਲੈਣ ਦੇ ਲਈ। ਚੋਣ ਕਮਿਸ਼ਨ ਜੋ ਹਿੰਦੁਸਤਾਨ ਦੀਆਂ ਚੋਣਾਂ ਕਰਵਾਉਂਦਾ ਹੈ, ਉਹ ਆਪ ਇਮਾਨਦਾਰ ਨਹੀਂ ਹੈ। ਵੈਸਟ ਬੰਗਾਲ ਦੀ ਚੋਣਾਂ 'ਚ ਜੋ ਰੋਲ ਉਸਨੇ ਅਦਾ ਕੀਤਾ ਉਹ ਬਹੁਤ ਹੀ ਭੈੜਾ ਹੈ। ਇਸ ਕਰਕੇ ਇਹ ਪਾਰਲੀਮੈਂਟ ਨੂੰ ਕਾਨੂੰਨ ਪਾਸ ਕਰਨਾ ਪਏਗਾ, ਤਾਂ ਕਿ ਲੇਕਿਨ ਬਦਕਿਸਮਤੀ ਇਹ ਹੈ ਵੀ ਕਾਨੂੰਨ ਐਮਐਲਏ ਔਰ ਐਮਪੀਜ਼ ਇਨਵੋਲਵ ਨੇ, ਉਹਨਾਂ ਨੇ ਪਾਸ ਕਰਨਾ ਹੀ ਨਹੀਂ ਹੈ। ਫਿਰ ਲੋਕਾਂ ਨਾਲ ਧੋਖਾ ਹੁੰਦਾ ਰਹੂਗਾ, ਇਸੇ ਤਰ੍ਹਾਂ ਝੂਠ ਬੋਲਿਆ ਜਾਂਦਾ ਰਹੂਗਾ। ਇਸ ਗੱਲ ਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਲੋਕਾਂ ਦੇ ਨਾਲ ਧੋਖੇ ਹੁੰਦੇ ਰਹਿਣਗੇ ਔਰ ਇਹ ਆਪਣੀਆਂ ਰੋਟੀਆਂ ਸੇਕਦੇ ਰਹਿਣਗੇ। ਫਿਰ ਇਹ ਮੰਨ ਲਿਆ ਜਾਵੇ ਕਿ ਲੋਕਾਂ ਨੂੰ ਸਮਝਦਾਰ ਹੋਣਾ ਪਊਗਾ, ਹੁਣ ਜਿਹੜਾ ਹੈਗਾ ਆਪਣੇ ਆਪ ਦੇਖਣਾ ਪਊਗਾ ਲੋਕਾਂ ਨੂੰ। ਇਹ ਗੱਲ ਬਿਲਕੁਲ ਤੁਹਾਡੀ ਜਾਇਜ਼ ਹੈ। ਲੋਕਾਂ ਨੂੰ ਬਹੁਤ ਸੁਚੇਤ ਹੋਣਾ ਪਊਗਾ। ਲੋਕਾਂ ਨੂੰ ਚਰਨਜੀਤ ਵਰਗੇ ਲੀਡਰ ਆ ਜਿਹੜੇ, ਇਹਨਾਂ ਨੂੰ ਧੂੜ ਚੁਕਾਉਣੀ ਪਵੇਗੀ, ਕਿਉਂਕਿ ਇਹ ਲੋਕ ਪੈਸੇ ਦੇ ਸਿਰ ਤੇ ਰਾਜ ਕਰਦੇ ਨੇ। ਔਰ ਇਟ ਵੁੱਡ ਬੀ ਏ ਲੈਸਨ ਟੂ ਦੀ ਅਦਰ ਐਮਐਲਏਜ਼ ਕਿ ਵੀ ਜਿਹੜੇ ਚਮਕੌਰ ਸਾਹਿਬ ਦੇ ਲੋਕ ਸੂਝਵਾਨ ਲੋਕਾਂ ਨੇ ਇਹਨੂੰ ਧੂੜ ਸਿਕਾਈ ਹੈ। ਔਰ ਜਦ ਤੱਕ ਲੋਕ ਸੂਝਵਾਨ ਨਹੀਂ ਹੁੰਦੇ, ਜਦ ਤੱਕ ਇਹ ਇੱਦਾਂ ਹੀ ਚੱਲੂਗਾ। ਤੇ ਵਾਅਦੇ ਨਾ ਪੂਰੇ ਕਰਨ ਦੀ ਲੈ ਕੇ ਤੁਸੀਂ ਹਲਕਾ ਚਮਕੌਰ ਸਾਹਿਬ ਦੇ ਐਮਐਲਏ ਨੂੰ ਕਹਿ ਰਹੇ ਹੋ ਤੁਸੀਂ? ਹਾਂਜੀ, ਇਸ ਮੈਂ ਹਲਕਾ ਚਮਕੌਰ ਸਾਹਿਬ ਨੂੰ ਐਡਰੈਸ ਕਰ ਰਿਹਾ ਕਿ ਪਰ ਇਹੀ ਆਰੋਪ ਤਾਂ ਕੈਪਟਨ ਸਾਹਿਬ ਤੇ ਵੀ ਲੱਗ ਰਿਹਾ ਕਿ ਉਹਨਾਂ ਨੇ ਵਾਅਦੇ ਨਹੀਂ ਪੂਰੇ ਕੀਤੇ 4.5 ਸਾਲਾਂ 'ਚ। ਇਹੀ ਆਰੋਪ ਉਹਨਾਂ ਤੇ ਵੀ ਲੱਗ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਪੰਜਾਬ ਨੂੰ ਦੇਖਣਾ। ਜਿੱਥੇ ਤੱਕ ਮੇਰੇ ਹਲਕੇ ਦਾ ਸੰਬੰਧ ਹੈ, ਇਹ ਚਰਨਜੀਤ ਬਿਲਕੁਲ ਇਹ ਪੂਰਾ ਨਹੀਂ ਉਤਰਿਆ। ਇਸ ਨੇ ਜੋ ਲੈਂਡ ਮਾਫੀਆ, ਭੱਠੇ ਔਰ ਬਦਕਿਸਮਤੀ ਇਹ ਹੈ ਵੀ ਇਹ ਆਪਣੇ ਹਲਕੇ ਵਿੱਚ ਹੀ ਖਰੀਦੋ ਫਰੋਖਤ ਸ਼ੁਰੂ ਕਰ ਦਿੱਤੀ। ਇਹ ਸੈਂਡ ਮਾਫੀਆ ਵਿੱਚ ਵੀ ਇਨਵੋਲਵਡ ਹੈ। ਸਰ, ਤੁਸੀਂ ਆਪਣੀ ਪਾਰਟੀ ਦੇ ਮੰਤਰੀ ਦੇ ਉੱਤੇ, ਵਿਧਾਇਕ ਦੇ ਉੱਤੇ ਗੰਭੀਰ ਦੋਸ਼ ਲਾ ਰਹੇ ਹੋ। ਅਸੀਂ ਨਹੀਂ ਕਹਿ ਰਹੇ, ਤੁਸੀਂ ਦੋਸ਼ ਲਾ ਰਹੇ ਹੋ। ਇਸ ਚੀਜ਼ ਦਾ ਤੁਹਾਡੇ ਕੋਲ ਕੋਈ ਸਬੂਤ ਹੈਗਾ ਜਾਂ ਕੱਲ ਨੂੰ ਤੁਹਾਡੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਦਾ, ਕੀ ਕਰੋਗੇ ਫਿਰ? ਮੇਰਾ ਚੈਲੰਜ ਹੈ ਚਰਨਜੀਤ ਸਿੰਘ ਨੂੰ ਵੀ ਮੈਨੂੰ ਇਨ ਦੀ ਕੋਰਟ ਡਿਫੇਮੇਸ਼ਨ ਇਨਵੋਲਵ ਕਰੇ। ਆਈ ਵਿਲ ਪ੍ਰੂਵ ਦਿਸ ਐਲੀਗੇਸ਼ਨਸ। ਸੋ ਬਿਲਕੁਲ ਇਹ ਦੋਸ਼ ਜਿਹੜੇ ਹੈਗੇ ਆ ਭਾਗ ਸਿੰਘ ਜੀ ਲਗਾ ਰਹੇ ਆ, ਇਸ ਦੇ ਵਿੱਚ ਅਸੀਂ ਜਿਹੜਾ ਬਿਲਕੁਲ ਪੁਸ਼ਟੀ ਨਹੀਂ ਕਰਦੇ, ਕਿਉਂਕਿ ਇਹਨਾਂ ਦਾ ਕਹਿਣਾ ਕਿ ਅਗਰ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਚਰਨਜੀਤ ਸਿੰਘ ਚੰਨੀ ਤਾਂ ਕਰ ਸਕਦੇ ਆ। ਉਸ ਦਾ ਜਵਾਬ ਮੈਂ ਕੋਰਟ ਦੇ ਵਿੱਚ ਦੇਵਾਂਗਾ। ਹਾਂਜੀ ਸਰ। ਚਰਨਜੀਤ ਸਿੰਘ ਚੰਨੀ ਨੂੰ ਇੰਨਾ ਤਾਕਤ ਦਾ ਨਸ਼ਾ ਹੈ ਕਿ ਜੋ ਵੀ ਪ੍ਰੋਮੀਨੈਂਟ ਲੀਡਰ ਨੇ, ਜਿਵੇਂ ਮੈਂ ਹੋਇਆ, ਸਰ ਅਮਰਿੰਦਰਪ੍ਰੀਤ ਬਾਵਾ ਜੀ ਸਾਡੇ ਐਡਵੋਕੇਟ ਨੇ, 2 ਵਾਰ ਜ਼ਿਲ੍ਹੇ ਦੇ ਪ੍ਰਧਾਨ ਰਹੇ ਔਰ ਹਲਕੇ ਵਿੱਚ ਉਹਨਾਂ ਦਾ ਰਸੂਖ ਹੈ। ਹਲਕੇ 'ਚ ਉਹਨਾਂ ਦਾ ਪਿੰਡ ਹੈ। ਸਰਦਾਰ ਗਿਆਨ ਸਿੰਘ ਬੇਲਾ ਔਰ
ਆਪਣੇ ਬਮਨਾੜੇ ਤੋਂ ਸਰਦਾਰ ਭੁਪਿੰਦਰ ਸਿੰਘ ਸੰਤਰੀਰ ਸਿੰਘ ਦਾ ਭਤੀਜਾ, ਜਿਹਦੀ ਕਿ ਲੋਕਾਂ 'ਚ ਬਹੁਤ ਗੱਲ ਹੈ, ਉਹਨਾਂ ਨੂੰ ਟੋਟਲੀ ਇਗਨੋਰ ਕੀਤਾ ਹੋਇਆ। ਜਿੰਨੇ ਵੀ ਪ੍ਰੋਮੀਨੈਂਟ ਲੀਡਰ ਨੇ ਉਹਨਾਂ ਨੂੰ ਉਹ ਅੱਖੋਂ ਪਰੋਖੋਂ ਉਹਨੂੰ ਇਗਨੋਰ ਅਣਦੇਖੀ ਕਰ ਰਿਹਾ ਹੈ ਔਰ ਨਵੇਂ ਲੀਡਰਾਂ ਦੇ ਮਗਰ ਲੱਗ ਰਿਹਾ ਹੈ। ਸੁਖਪਾਲ ਸਿੰਘ ਜੀ, ਇਹ ਕੀ ਮੰਨੀਏ, ਕਦੋਂ ਤੱਕ ਕਾਂਗਰਸ ਦਾ ਅੰਦਰੂਨੀ ਕਲੇਸ਼ ਜਿਹੜਾ ਹੈਗਾ ਚੱਲਦਾ ਰਹੂਗਾ? ਕਦੋਂ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਿਹਤ ਸਹੂਲਤਾਂ ਜਾਂ ਬਣਦੇ ਜਿਹੜੇ ਹੈਗੇ ਆ ਸਹੂਲਤਾਂ ਮਿਲਣਗੀਆਂ? ਇਹ ਆਪਸ ਵਿੱਚ ਜਿਹੜਾ ਕਲੇਸ਼ ਕਦੋਂ ਖਤਮ ਹੋਊਗਾ? ਇਹ ਕਲੇਸ਼ ਬਹੁਤ ਛੇਤੀ ਖਤਮ ਹੋ ਜਾਏਗਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਇੰਨਾ ਤਕੜਾ ਲੀਡਰ ਹੈ ਕਿ ਇਹਨਾਂ ਕਲੇਸ਼ਾਂ ਨੂੰ ਕਦੇ ਵੀ ਆਪਣੀ ਐਡਮਿਨਿਸਟ੍ਰੇਸ਼ਨ ਦੇ ਰੁਕਾਵਟ ਨਹੀਂ ਬਣ ਦਿੰਦਾ। ਕੀ ਮੰਨਿਆ ਜਾਵੇ ਸਰ, 2022 ਦੀਆਂ ਜਿਸ ਤਰ੍ਹਾਂ ਚੋਣਾਂ ਆ ਰਹੀਆਂ, ਇਹ ਕਾਂਗਰਸ ਦਾ ਆਪਸੀ ਕਲੇਸ਼ ਹੈ, ਇੱਕ ਦੂਜੇ 'ਤੇ ਆਰੋਪ ਵੀ ਲੱਗ ਰਿਹਾ, ਕਿੰਨਾ ਕੁ ਜਿਹੜਾ ਹੈਗਾ ਸਿਆਸੀ ਤੌਰ 'ਤੇ ਨੁਕਸਾਨ ਹੋ ਸਕਦਾ ਕਾਂਗਰਸ ਨੂੰ? ਜਿਵੇਂ ਮੈਂ ਬੇਨਤੀ ਕੀਤੀ ਹੈ ਵੀ ਇਹ ਟੈਂਪਰੇਰੀ ਫੇਜ਼ ਹੈ, ਸਾਰੇ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਨੂੰ ਸਵੀਕਾਰ ਕਰਕੇ ਉਹਦੇ ਲੀਡਰਸ਼ਿਪ ਦੇ ਤਹਿਤ ਚੋਣ ਲੜਨਗੇ ਔਰ ਆਉਣ ਵਾਲੇ ਸਮੇਂ ਵਿੱਚ ਸਾਡੀ ਸਰਕਾਰ ਬਣੇਗੀ। ਸੋ ਬਿਲਕੁਲ ਇਹ ਸਨ ਟਕਸਾਲੀ ਸੀਨੀਅਰ ਕਾਂਗਰਸੀ ਸਾਬਕਾ ਵਿਧਾਇਕ ਭਾਗ ਸਿੰਘ ਜੀ, ਜਿਨ੍ਹਾਂ ਨੇ ਕਾਂਗਰਸ ਦੇ ਅੰਦਰ ਚੱਲ ਰਹੇ ਕਲੇਸ਼ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਆਪਣੇ ਹੀ ਪਾਰਟੀ ਦੇ ਜਿਹੜੇ ਹੈਗੇ ਆ ਵਿਧਾਇਕਾਂ ਦੇ ਉੱਤੇ ਕਈ ਸਵਾਲ ਚੁੱਕੇ ਨੇ ਤੇ ਉਹ ਸਵਾਲਾਂ ਦਾ ਜਵਾਬ ਕੀ ਦਿੰਦੇ ਨੇ ਮੰਤਰੀ ਆ ਵਿਧਾਇਕ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੇਖਣਾ ਹੋਵੇਗਾ। ਪਰੰਤੂ ਜਿਸ ਤਰ੍ਹਾਂ ਹੁਣ ਲੋਕਾਂ ਨੂੰ ਕਰੋਨਾ ਮਹਾਮਾਰੀ ਦੇ ਵਿੱਚ ਆਪਣੀ ਸਰਕਾਰ ਦੀ, ਆਪਣੇ ਸਰਕਾਰੇ ਮੰਤਰੀਆਂ ਦੀ, ਆਪਣੇ ਵਿਧਾਇਕਾਂ ਦੀ ਮਦਦ ਦੀ ਲੋੜ ਹੈ, ਅਜਿਹੇ ਵਿੱਚ ਇਹ ਜਿਹੜੇ ਹੈਗੇ ਆ ਮੰਤਰੀ ਵਿਧਾਇਕ ਆ ਮੁੱਖ ਮੰਤਰੀ ਆਪਸੀ ਕਲੇਸ਼ ਦੇ ਵਿੱਚ ਉਲਝੇ ਹੋਏ ਨੇ ਤੇ ਲਗਾਤਾਰ ਇਹ ਕਲੇਸ਼ ਵੱਧਦਾ ਜਾ ਰਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕਲੇਸ਼ ਦਾ ਕੋਈ ਹੱਲ ਨਿਕਲਦਾ ਜਾਂ ਇਹ ਕਲੇਸ਼ ਇਸੇ ਤਰ੍ਹਾਂ 2022 ਤੱਕ ਜਾਰੀ ਰਹੇਗਾ ਤੇ ਜਿਸ ਦਾ ਕਾਂਗਰਸ ਨੂੰ ਵੱਡਾ ਨੁਕਸਾਨ ਹੋ ਸਕਦਾ। ਪਰੰਤੂ ਦੂਜੇ ਪਾਸੇ ਲੋਕ ਜ਼ਰੂਰ ਆਸ ਲਾਈ ਬੈਠੇ ਨੇ ਕਿ ਸਰਕਾਰ ਜਲਦੀ ਤੋਂ ਜਲਦੀ ਹਸਪਤਾਲਾਂ ਦੇ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕਰੇ ਤਾਂ ਜੋ ਕਰੋਨਾ ਦੇ ਖਿਲਾਫ ਜੋ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਪੰਜਾਬ ਸਰਕਾਰ ਨੂੰ, ਉਸ ਨੂੰ ਫਤਿਹ ਕੀਤਾ ਜਾ ਸਕੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।